ਰਿਜ਼ਰਵੇਸ਼ਨਸ ਦੱਸੀਆਂ ਸੀ ਕਿ ਸਾਨੂੰ ਸਾਡੇ ਡਾਕੂਮੈਂਟਸ ਨੇ, ਸਾਡੇ ਕੋਲ ਕੋਰਟ ਦੇ ਸਟੇ ਨੇ, ਤੇ ਸਾਨੂੰ ਫਿਰ ਵੀ ਕਈ ਵਾਰ ਜਾਂ ਤਾਂ ਨੋਟਿਸ ਆ ਰਿਹਾ ਜਾਂ ਕਈ ਜਗ੍ਹਾ ਤੇ ਮੰਤਰੀ ਸਾਹਿਬ ਖੁਦ ਆ ਕੇ ਕਬਜ਼ਾ ਛੁਡਾ ਚੁੱਕੇ ਕਿ ਜਿੱਥੇ ਸਟੇ ਹੈ ਔਰ ਤੁਹਾਨੂੰ ਕੋਈ ਡਿਸਪੋਜ਼ੈਸ ਕਰਨ ਦੀ ਕੋਸ਼ਿਸ਼ ਕਰਦਾ ਤੇ ਆਪਾਂ ਉਹਦਾ ਤੁਸੀਂ ਲੀਗਲ ਰਿਕੋਰਸ ਹੁੰਦਾ ਕੰਟੈਂਪਟ ਆਫ ਕੋਰਟ ਵਿੱਚ ਜੋ ਤੁਸੀਂ ਅੱਜ ਦੇਖਿਆ ਕਿ ਧਾਲੀਵਾਲ ਸਾਹਿਬ ਦੇ ਖਿਲਾਫ ਪੈ ਵੀ ਚੁੱਕੀ। ਜਿਹੜੇ ਵਿਧਾਇਕ ਹੁੰਦੇ ਨੇ, ਮੰਤਰੀ ਹੁੰਦੇ ਨੇ, ਕਸਟੋਡੀਅਨ ਹੁੰਦੇ ਨੇ ਕਾਨੂੰਨ ਦੇ, ਵੀ ਉਹਨਾਂ ਦੇ ਮੁਤਾਬਿਕ ਹੀ, ਕਿਉਂਕਿ ਕਾਨੂੰਨ ਘਾੜੇ ਵੀ ਹੁੰਦੇ ਨੇ, ਇੱਕ ਲੋਕਾਂ ਲਈ ਨੀਤੀਆਂ ਬਣਾਉਣੀਆਂ ਹੁੰਦੀਆਂ, ਜੇ ਉਹੀ ਇਸ ਤਰੀਕੇ ਨਾਲ ਕੰਮ ਕਰਨਗੇ ਕਿ ਕਿੱਥੇ ਕਾਨੂੰਨ ਛਿੱਕੇ ਟੰਗੇ ਜਾ ਰਹੇ ਨੇ, ਅਦਾਲਤ ਵਿੱਚ ਮਾਮਲੇ ਨੇ ਤੇ ਆਪਣੀ ਮਰਜ਼ੀ ਕੀਤੀ। ਇੱਕ ਪ੍ਰੋਸੈਸ ਫੋਲੋ ਕਰਨਾ ਹੁੰਦਾ, ਜਦ ਆਪਾਂ ਉਹਨਾਂ ਚੀਜ਼ਾਂ ਨੂੰ ਫੋਲੋ ਹੀ ਨਹੀਂ ਕਰਨਾ ਤੇ ਆਪਾਂ ਆਪ ਜਾ ਕੇ ਕਬਜ਼ੇ ਛੁਡਾ ਰਹੇ ਹਾਂ, ਫਿਰ ਆਪਾਂ ਕਬਜ਼ੇ ਕਰਨ ਵਾਲਿਆਂ ਵਰਗੇ ਹੀ ਹਾਂ। ਮੀਟਿੰਗਾਂ ਵੀ ਹੋ ਰਹੀਆਂ ਨੇ ਕਿਸਾਨਾਂ ਦੇ ਨਾਲ ਕਿ ਅਸੀਂ ਕਾਰਵਾਈ ਨਹੀਂ ਕਰਾਂਗੇ ਜਿੰਨਾ ਚਿਰ ਉਹ ਆਪਣੇ ਵੱਲੋਂ ਦੱਸ ਨਹੀਂ ਦਿੰਦੇ ਕਿ ਕਿੰਨੇ ਕੁ ਲੋਕਾਂ ਦੀ ਜ਼ਮੀਨ ਹੈਗੀ ਜਿਹੜੀ ਛਡਵਾਈ ਜਾਣੀ ਹੈ। ਤੇ ਦੂਜੇ ਪਾਸੇ ਮੰਤਰੀ ਸਾਹਿਬ ਲਗਾਤਾਰ ਜ਼ਮੀਨਾਂ ਛਡਾਉਂਦੇ। ਮੈਨੂੰ ਲੱਗਦਾ ਉਹਨਾਂ ਨੇ ਕਿਸਾਨਾਂ ਨਾਲ ਉਹਨਾਂ ਦੇ ਪਿੱਠ 'ਚ ਛੁਰਾ ਮਾਰਿਆ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ, ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਜਾਂ ਛੁਡਵਾਈਆਂ ਜਾ ਰਹੀਆਂ, ਆਪਾਂ ਕਹਿ ਸਕਦੇ ਹਾਂ ਕਿ ਪੰਚਾਇਤੀ ਜ਼ਮੀਨਾਂ ਤੇ ਕਬਜ਼ਿਆਂ ਨੂੰ ਲੈ ਕੇ ਵੱਡੇ ਪੱਧਰ ਤੇ ਪੰਜਾਬ 'ਚ ਮੁਹਿੰਮ ਛੜੀ ਹੋਈ ਹੈ। ਗਵਾਂਢੀ ਸੂਬਿਆਂ ਦੇ ਵਿੱਚ ਵੀ ਹੈ, ਪਰ ਪੰਜਾਬ 'ਚ ਚਰਚਾ ਜ਼ਿਆਦਾ ਹੈ। ਸਾਡੇ ਨਾਲ ਮਹਿਤਾਬ ਖਹਿਰਾ ਨੇ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਇਸ ਮਸਲੇ ਤੇ ਇੱਕ ਇਕੱਠ ਕੀਤਾ ਸੀ ਅੰਬ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਉੱਥੇ ਜਾ ਕੇ ਬਹੁਤ ਸਾਰੇ ਲੋਕਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ। ਵੱਧ ਤੋਂ ਵੱਧ ਲੋਕ ਪਹੁੰਚੇ ਜਿਨ੍ਹਾਂ ਨੇ ਆਪਣਾ ਮਸਲਾ ਰੱਖਿਆ, ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਕੇ ਸਮਝਣਾ ਹੈਗਾ ਕਿੰਨੀਆਂ ਸ਼ਿਕਾਇਤਾਂ ਆਈਆਂ, ਕਿ ਇਸ ਤਰੀਕੇ ਨਾਲ ਹੁਣ ਅੱਗੇ ਇਸ ਪੂਰੇ ਮਾਮਲੇ ਨੂੰ ਪ੍ਰੋਸੀਡ ਕਰਨਗੇ। ਖੈਰ ਸਾਹਿਬ, ਬਹੁਤ ਲੋਕਾਂ ਨੇ ਆਪਣੀਆਂ ਉਦੋਂ ਮੰਗਾਂ ਰੱਖੀਆਂ ਸੀਗੀਆਂ, ਗੱਲਾਂ ਦੱਸੀਆਂ ਸੀ ਤੁਹਾਨੂੰ, ਤਾਂ ਅੱਜ ਜੇ ਅਸੀਂ ਹੁਣ ਕੰਪਾਈਲ ਜਿਹੜੀ ਤੁਸੀਂ ਰਿਪੋਰਟ ਕੀਤੀ ਹੈ, ਕਿੰਨੇ ਕੁ ਬੰਦੇ ਜਿਹੜੀਆਂ ਸ਼ਿਕਾਇਤਾਂ ਹੋਈਆਂ ਤੇ ਮੇਜਰ ਸ਼ਿਕਾਇਤਾਂ ਕੀ ਰਹੀਆਂ? ਸਰ, ਅਸੀਂ ਜਿੱਦਣ ਅਸੀਂ ਉੱਥੇ ਆਪਣੀ ਕੈਂਪ ਲਾਇਆ ਸੀ, ਲੀਗਲ ਕੈਂਪ, ਉਸ ਦਿਨ ਸਾਡੇ ਕੋਲ 400-500 ਤੋਂ ਜ਼ਿਆਦਾ ਲੋਕ ਉੱਥੇ ਮੌਕੇ ਤੇ ਆਏ ਸੀਗੇ। ਉਹਨਾਂ ਨੇ ਆਪਣੀਆਂ ਰਿਜ਼ਰਵੇਸ਼ਨਸ ਦੱਸੀਆਂ ਸੀ ਕਿ ਸਾਨੂੰ ਸਾਡੇ ਡਾਕੂਮੈਂਟਸ ਨੇ, ਸਾਡੇ ਕੋਲ ਕੋਰਟ ਦੇ ਸਟੇ ਨੇ, ਤੇ ਸਾਨੂੰ ਫਿਰ ਵੀ ਕਈ ਵਾਰ ਜਾਂ ਤਾਂ ਨੋਟਿਸ ਆ ਰਿਹਾ ਜਾਂ ਕਈ ਜਗ੍ਹਾ ਤੇ ਮੰਤਰੀ ਸਾਹਿਬ ਖੁਦ ਆ ਕੇ ਕਬਜ਼ਾ ਛੁਡਾ ਚੁੱਕੇ। ਮੋٹے ਤੌਰ ਤੇ ਮੈਂ ਆਪਣੇ ਜਿੰਨੇ ਕੁ ਮੈਂ ਡੇਟਾ ਕਲੈਕਟ ਕੀਤਾ ਸੀ, ਉਹਦੇ ਵਿੱਚ ਸਾਨੂੰ ਇਹ ਦੇਖਣ ਨੂੰ ਮਿਲਿਆ ਕਿ ਜ਼ਿਆਦਾਤਰ ਕੁਝ ਪਰਸੈਂਟੇਜ, ਜ਼ਿਆਦਾਤਰ ਨਹੀਂ, ਮੈਂ ਐਗਜ਼ੈਕਟਲੀ ਵੀ ਨਹੀਂ ਦੱਸ ਸਕਦਾ ਕਿਉਂਕਿ ਬਹੁਤ ਲੰਬਾ ਡਿਟੇਲ ਆ। ਜੋ ਤੁਹਾਡੇ ਕੋਲ ਤੁਸੀਂ ਫੜਿਆ ਹੋਇਆ ਇਹ ਸੈਂਪਲ ਹੈ ਸਾਡੇ 2-3 ਦਿਨਾਂ ਦਾ ਹਜੇ ਕੰਮ ਦਾ। ਸੋ ਉਸ ਦਿਨ ਅਸੀਂ ਦੇਖਿਆ ਕਿ ਕਈ ਕੇਸਿਸ ਵਿੱਚ ਤਾਂ ਮੈਟਰ ਕੋਰਟ ਵਿੱਚ ਗਿਆ ਹੋਇਆ, ਸਟੇਟਸ ਕੋ ਹੈ, ਵੈਸੀ ਸਟੇ ਹੈ ਔਰ XYZ ਜਾਂ ਅਪੀਲਾਂ ਐਡਮਿਟ ਹੋਈਆਂ। ਉਹਦੇ ਵਿੱਚ ਤਾਂ ਅਸੀਂ ਉੱਥੇ ਔਨ ਦਾ ਸਪੌਟ ਲੀਗਲ ਐਡਵਾਈਸ ਇਹ ਦਿੱਤੀ ਕਿ ਜਿੱਥੇ ਸਟੇ ਹੈ ਔਰ ਤੁਹਾਨੂੰ ਕੋਈ ਡਿਸਪੋਜ਼ੈਸ ਕਰਨ ਦੀ ਕੋਸ਼ਿਸ਼ ਕਰਦਾ ਤੇ ਆਪਾਂ ਉਹਦਾ ਤੁਸੀਂ ਲੀਗਲ ਰਿਕੋਰਸ ਹੁੰਦਾ ਕੰਟੈਂਪਟ ਆਫ ਕੋਰਟ ਵਿੱਚ, ਜੋ ਤੁਸੀਂ ਅੱਜ ਦੇਖਿਆ ਕਿ ਧਾਲੀਵਾਲ ਸਾਹਿਬ ਦੇ ਖਿਲਾਫ ਪੈ ਵੀ ਚੁੱਕੀਆਂ ਨੇ। ਉਸ ਤੋਂ ਇਲਾਵਾ ਸਾਡੇ ਕੋਲ ਜੋ ਮੇਰੇ ਲਈ ਸਟ੍ਰਾਈਕਿੰਗ ਚੀਜ਼ਾਂ ਸੀ, ਕਈਆਂ ਕੋਲ ਰਜਿਸਟਰੀਆਂ ਸੀਗੀਆਂ ਆਪਣੀ ਜ਼ਮੀਨ ਦੀਆਂ, ਉਸ ਤੋਂ ਬਾਅਦ ਇੰਤਕਾਲ ਚੜੇ ਹੋਏ। ਸੋ ਔਨ ਪੇਪਰ ਉਹਨਾਂ ਕੋਲ ਮਲਕੀਅਤ ਸਾਰਾ ਕੁਝ, ਜੋ ਡਾਕੂਮੈਂਟ ਵਿਚ ਮੇਕਸ ਯੂ ਐਨ ਓਨਰ ਉਹਨਾਂ ਕੋਲ ਸੀਗੇ, ਲੇਕਿਨ ਫਿਰ ਵੀ ਉਹਨਾਂ ਕਿਤੇ ਨਾ ਕਿਤੇ ਉਹਨਾਂ ਨੂੰ ਜੋ ਹੈ ਨੋਟਿਸਿਸ ਉਹਨਾਂ ਨੂੰ ਜਾਰੀ ਕੀਤੇ ਗਏ। ਖੈਰ ਸਾਹਿਬ, ਬੜੀ ਅਹਿਮ ਚੀਜ਼ ਹੈ ਕਿ ਜਿਹੜੇ ਵਿਧਾਇਕ ਹੁੰਦੇ ਨੇ, ਮੰਤਰੀ ਹੁੰਦੇ ਨੇ, ਕਸਟੋਡੀਅਨ ਹੁੰਦੇ ਨੇ ਕਾਨੂੰਨ ਦੇ, ਵੀ ਉਹਨਾਂ ਦੇ ਮੁਤਾਬਿਕ ਹੀ, ਕਿਉਂਕਿ ਕਾਨੂੰਨ ਘਾੜੇ ਵੀ ਹੁੰਦੇ ਨੇ, ਇੱਕ ਲੋਕਾਂ ਲਈ ਨੀਤੀਆਂ ਬਣਾਉਣੀਆਂ ਹੁੰਦੀਆਂ, ਜੇ ਉਹੀ ਇਸ ਤਰੀਕੇ ਨਾਲ ਕੰਮ ਕਰਨਗੇ ਕਿ ਕਿੱਥੇ ਕਾਨੂੰਨ ਛਿੱਕੇ ਟੰਗੇ ਜਾ ਰਹੇ ਨੇ, ਅਦਾਲਤ ਵਿੱਚ ਮਾਮਲੇ ਨੇ ਤੇ ਆਪਣੀ ਮਰਜ਼ੀ ਕੀਤੀ ਜਾ ਰਹੀ ਹੈ। ਮੈਂ ਉਸ ਦਿਨ ਵੀ ਕਿਹਾ ਸੀ ਸਰ, ਪੂਰੀ ਦੁਨੀਆ ਵਿੱਚ, ਸਿਰਫ ਦੇਸ਼ ਵਿੱਚ ਨਹੀਂ, ਪੂਰੀ ਦੁਨੀਆ ਵਿੱਚ ਇੱਕ ਲਾਅ ਦਾ ਇੱਕ ਵੈਰੀ ਬੇਸਿਕ ਪ੍ਰਿੰਸੀਪਲ ਆਫ ਲਾਅ ਹੈ, ਆਡੀ ਆਲਟਮ ਪਾਰਟਮ। ਇਹਦਾ ਮਤਲਬ ਕਿ ਜਦ ਮੈਂ ਕਿਸੇ ਦੇ ਖਿਲਾਫ ਕੋਈ ਕਾਰਵਾਈ ਕਰਨੀ ਹੈ ਜਿਹਦੇ ਨਾਲ ਕਿਸੇ ਬੰਦੇ ਦਾ ਨੁਕਸਾਨ ਹੁੰਦਾ ਹੋਵੇ, ਡਿਊ ਇੱਕ ਪ੍ਰੋਸੈਸ ਹੁੰਦਾ, ਓਪਰਚੁਨਿਟੀ ਆਫ ਹੀਅਰਿੰਗ ਹੁੰਦੀ ਹੈ, ਇੱਕ ਪ੍ਰੋਸੈਸ ਫੋਲੋ ਕਰਨਾ ਹੁੰਦਾ। ਜਦ ਆਪਾਂ ਉਹਨਾਂ ਚੀਜ਼ਾਂ ਨੂੰ ਫੋਲੋ ਹੀ ਨਹੀਂ ਕਰਨਾ ਤੇ ਆਪਾਂ ਆਪ ਜਾ ਕੇ ਕਬਜ਼ੇ ਛੁਡਾ ਰਹੇ ਹਾਂ, ਫਿਰ ਆਪਾਂ ਕਬਜ਼ੇ ਕਰਨ ਵਾਲਿਆਂ ਵਰਗੇ ਹੀ ਹੈ ਮੇਰੀ ਸੋਚ ਵਿੱਚ। ਇਹ ਤੁਸੀਂ ਦੱਸਿਆ ਕਿ 300 ਤੋਂ ਵੱਧ ਸ਼ਿਕਾਇਤਾਂ ਤੁਸੀਂ ਦਰਜ ਤੁਹਾਡੇ ਤੱਕ ਪਹੁੰਚੀਆਂ, ਇੱਕ ਆ ਤੁਸੀਂ ਖਰੜਾ ਤਿਆਰ ਕੀਤਾ। ਹੁਣ ਇਹਨਾਂ ਦੀ ਅੱਗੇ ਪ੍ਰੋਸੈਸ ਕਿੱਦਾਂ ਕਰਨੀ ਹੈ? ਕੁਝ ਲੋਕਾਂ ਨੂੰ ਤਾਂ ਤੁਸੀਂ ਮੌਕੇ ਤੇ ਰਾਏ ਦਿੱਤੀ ਹੈ, ਹੁਣ ਅੱਗੇ ਜੇ ਕੁਝ ਕੇਸ ਲੜਨਾ ਚਾਹੁੰਦੇ ਹੋਣਗੇ ਜਾਂ ਜਿਨ੍ਹਾਂ ਨੂੰ ਨਹੀਂ ਸਮਝ ਹੈਗੀ, ਉਹਨਾਂ ਨੇ ਆਪਣੇ ਕੇਸ ਅੱਗੇ ਕੈਰੀ ਫਾਰਵਰਡ ਕਰਨੇ ਨੇ, ਉਹਨਾਂ ਦੀ ਤੁਸੀਂ ਕਿਸ ਤਰੀਕੇ ਨਾਲ ਮਦਦ ਕਰ ਰਹੇ ਹੋ? ਸਾਡੇ ਕੋਲ ਐਸੇ ਕਈ ਆਏ ਸੀ ਜਿਨ੍ਹਾਂ ਜੋ ਹਾਈ ਕੋਰਟ ਤੱਕ, ਸੁਪਰੀਮ ਕੋਰਟ ਤੱਕ ਮੈਟਰਸ ਜੋ ਕੇਸਿਸ ਗਏ ਹੋਏ ਆ। ਆਫ ਕੋਰਸ ਜੋ ਕੋਈ ਸੁਪਰੀਮ ਕੋਰਟ ਗਿਆ ਜਾਂ ਹਾਈ ਕੋਰਟ ਗਿਆ, ਉਹਨਾਂ ਕੋਲ ਆਪਣੇ ਵਕੀਲ ਕੀਤੇ ਹੋਏ ਨੇ। ਉਹ ਸਾਡੇ ਕੋਲ ਫਿਰ ਤੋਂ ਆਈ ਥਿੰਕ ਰੀਅਸ਼ੋਰੈਂਸ ਵਾਸਤੇ ਆਏ ਸੀ, ਜਿਨ੍ਹਾਂ ਨੂੰ ਅਸੀਂ ਬਣਦੀ ਆਪਣੀ ਰਾਏ ਜੋ ਸੀ ਦੇਤੀ ਸੀ। ਕਈ ਆਫ ਕੋਰਸ ਐਸੇ ਸੀਗੇ, ਹੁਣ ਮੈਨੂੰ ਸੱਜਣ ਦਾ ਨਾਮ ਨਹੀਂ ਯਾਦ ਆ ਰਿਹਾ, ਨੌਜਵਾਨ ਜਾਂ ਮੁੰਡਾ ਸੀ, ਗਰੀਬ ਲੱਗ ਰਿਹਾ ਸੀਗਾ, ਉਹਦੇ ਕੋਲ ਉਹਨਾਂ ਨੂੰ ਆਪਣਾ ਨੰਬਰ ਦਿੱਤਾ ਸੀ। ਉਹਨਾਂ ਤੋਂ ਮੈਂ ਥੋੜ੍ਹਾ ਟਾਈਮ ਮੰਗਿਆ, ਬਿਕੋਜ਼ ਉਹ ਜੋ ਇਹਨੂੰ ਸਾਰਾ ਇਨਫੋਰਮੇਸ਼ਨ ਨੂੰ ਗੈਦਰ ਕਰਕੇ ਸਾਰਾ ਇਹ ਤੋਂ ਸਿਫਟ ਥਰੂ ਕਰਨਾ ਟਾਈਮ ਲੱਗਦਾ। ਮੈਂ ਦੇ ਆਰ ਇਨ ਟੱਚ ਵਿਦ ਮੀ,
ਤੇ ਮੈਂ ਉਹਨਾਂ ਨੂੰ ਬੈਸਟ ਆਫ ਮਾਈ ਐਬਿਲਿਟੀ ਮੈਂ ਗਾਈਡ ਕਰੂੰਗਾ। ਔਰ ਕਿ ਇਹ ਜਿਹੜੀ ਤੁਸੀਂ ਆਪਣੇ ਵੱਲੋਂ ਸਹਾਇਤਾ ਦੇ ਰਹੇ ਹੋ, ਜਿਹੜੀ ਆਪਣੇ ਵੱਲੋਂ ਮੁਹਿੰਮ ਛਿੜੀ ਹੋਈ ਹੈ, ਜੇ ਤੁਹਾਡੀ ਲੀਗਲ ਟੀਮ ਜਿਹੜੇ ਤੁਹਾਡੇ ਨਾਲ ਸਾਥੀ ਹੈਗੇ ਨੇ ਉਹ ਫ੍ਰੀ ਆਫ ਕਾਸਟ ਇਹਨਾਂ ਦੀ ਮਦਦ ਕਰਨਗੇ। ਆਫ ਕੋਰਸ ਸਰ, ਫ੍ਰੀ ਆਫ ਕਾਸਟ। ਜੇ ਅਸੀਂ ਆਖਿਰ ਤੇ ਗੱਲ ਕਰੀਏ ਹੁਣ ਇਸ ਵੇਲੇ ਕੀ ਹਾਲਾਤ ਨੇ, ਤੁਹਾਨੂੰ ਕੀ ਲੱਗਦਾ? ਕਿਉਂਕਿ ਇਧਰਲੇ ਪਾਸੇ ਤੋਂ ਤੁਸੀਂ ਕਹਿ ਰਹੇ ਹੋ ਕਿ ਮੀਟਿੰਗਾਂ ਵੀ ਹੋ ਰਹੀਆਂ ਨੇ ਕਿਸਾਨਾਂ ਦੇ ਨਾਲ ਕਿ ਅਸੀਂ ਕਾਰਵਾਈ ਨਹੀਂ ਕਰਾਂਗੇ ਜਿੰਨਾ ਚਿਰ ਉਹ ਆਪਣੇ ਵੱਲੋਂ ਦੱਸ ਨਹੀਂ ਦਿੰਦੇ ਕਿ ਕਿੰਨੇ ਕੁ ਲੋਕਾਂ ਦੀ ਜ਼ਮੀਨ ਹੈਗੀ ਜਿਹੜੀ ਛਡਵਾਈ ਜਾਣੀ ਹੈ, ਤੇ ਦੂਜੇ ਪਾਸੇ ਮੰਤਰੀ ਸਾਹਿਬ ਲਗਾਤਾਰ ਜ਼ਮੀਨਾਂ ਛਡਾਉਣ ਤੇ ਲੱਗੇ ਹੋਏ। ਸਰ ਆਈ ਥਿੰਕ ਇਹ ਫਿਰ ਇਹਨਾਂ ਜਦੋਂ ਕਿਸਾਨਾਂ ਨਾਲ ਜਦੋਂ ਇਹਨਾਂ ਨੇ ਅਗਰੀਮੈਂਟ ਕੀਤਾ, ਅਗਰੀਮੈਂਟ ਹੀ ਹੋ ਗਿਆ ਜਦੋਂ ਤੁਸੀਂ ਕਿਸੇ ਸਹਿਮਤੀ ਤੇ ਆਉਂਦੇ ਹੋ, ਮੈਨੂੰ ਲੱਗਦਾ ਉਹਨਾਂ ਨੇ ਕਿਸਾਨਾਂ ਨਾਲ ਉਹਨਾਂ ਦੇ ਪਿੱਠ 'ਚ ਛੁਰਾ ਮਾਰਿਆ ਟੂ ਦੀ ਐਕਸਟੈਂਟ ਕਿ ਜਾ ਕੇ ਉਸ ਮੀਟਿੰਗ ਤੋਂ ਬਾਅਦ ਵੀ ਆਪਣੀ ਕਾਰਵਾਈ ਕੰਟੀਨਿਊ ਰੱਖਦੇ। ਇਹ ਗਲਤ ਗੱਲ ਹੈ। ਉਹਨਾਂ ਨੇ ਕੋਈ ਵਾਅਦਾ ਕੀਤਾ ਖਾਸ ਕਰਕੇ ਕਿਸਾਨਾਂ ਨਾਲ, ਤਾਂ ਉਸ ਵਾਅਦੇ ਤੇ ਕਾਇਮ ਰਹਿਣਾ ਚਾਹੀਦਾ ਸੀ। ਫਿਰ ਸਰ ਮਹਿਤਾਬ ਖਹਿਰਾ ਸਾਫ਼ ਤੌਰ ਤੇ ਕਹਿੰਦੇ ਨੇ ਕਿ ਜਿੰਨੇ ਲੋਕਾਂ ਦੇ ਕੇਸ ਸਾਡੇ ਕੋਲ ਆਏ ਅਸੀਂ ਉਹਨਾਂ ਨੂੰ ਬਣਦੀ ਸਹਾਇਤਾ ਦੇ ਰਹੇ ਹਾਂ, ਜਿਨ੍ਹਾਂ ਨੂੰ ਲੋੜ ਹੋਊਗੀ ਮੈਡੀਕਲ ਸਿੱਧੇ ਤੌਰ ਤੇ, ਕਿਉਂਕਿ ਵੱਡੇ ਪੱਧਰ ਤੇ ਲੀਗਲ ਕਾਰਵਾਈਆਂ ਹੋਣੀਆਂ ਨੇ ਤਾਂ ਬਹੁਤ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਣ ਵਾਲੀਆਂ ਨੇ। ਲੀਗਲ ਐਡਵਾਈਸ ਵੀ ਦੇ ਰਹੇ ਹਾਂ, ਮੁਫਤ ਦੇ ਰਹੇ ਹਾਂ। ਜਿਨ੍ਹਾਂ ਦੇ ਕੇਸ ਆਲਰੇਡੀ ਚੱਲ ਰਹੇ ਨੇ ਅਦਾਲਤਾਂ ਦੇ ਵਿੱਚ, ਜੋ ਵੀ ਮਦਦ ਮੰਗਦੇ ਨੇ ਉਹਨਾਂ ਨੂੰ ਵੀ ਉਸ ਤਰੀਕੇ ਨਾਲ ਮਦਦ ਦੇ ਰਹੇ ਹਾਂ। ਫਿਲਹਾਲ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ, ਕਿਉਂਕਿ ਬਹੁਤ ਸਾਰੇ ਵੱਡੇ ਪੱਧਰ ਤੇ ਕਿਸਾਨ ਲਗਾਤਾਰ ਮੰਗ ਕਰ ਰਹੇ ਨੇ ਕਿ ਇਹ ਪੰਚਾਇਤੀ ਜ਼ਮੀਨਾਂ ਧੱਕੇ ਦੇ ਨਾਲ ਕਬਜ਼ਾਈਆਂ ਜਾ ਰਹੀਆਂ, ਸਾਡੀ ਜਿਹੜੀ ਆ ਹਾਂ ਜਾਂ ਨਾ ਵੀ ਸਵੀਕਾਰ ਨਹੀਂ ਕੀਤੀ ਜਾ ਰਹੀ। ਤਾਂ ਉਸ ਤਰੀਕੇ ਨਾਲ ਦੇਖਣਾ ਹੋਵੇਗਾ ਕਿ ਹੁਣ ਇਹ ਲੀਗਲ ਟੀਮ ਆਪਣੇ ਵੱਲੋਂ ਕਿਸ ਤਰੀਕੇ ਨਾਲ ਅੱਗੇ ਕਾਰਵਾਈ ਕਰਦੀ ਹੈ ਤੇ ਕੀ ਸਰਕਾਰ ਇਸ ਮੁੱਦੇ ਵੱਲ ਧਿਆਨ ਦਿੰਦੀ ਹੈ ਕਿ ਜਿੱਥੇ ਲੋਕਾਂ ਦੀ ਸਹਿਮਤੀ ਨਹੀਂ ਹੈਗੀ ਉੱਥੇ ਰਾਏ ਮਸ਼ਵਰਾ ਕਰਕੇ ਮਸਲੇ ਦਾ ਹੱਲ ਕੀਤਾ ਜਾ ਸਕੇ। ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰੋ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ।